ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਰਾਗ ਮਹੱਲਾ ਪਹਿਲਾ। ਬਿਨ ਪਿਰ ਧਨ ਸ਼ਿੰਗਾਰੀਐ, ਜੋਵਨ ਬਾਦ ਖੁਆਰ। ਨਾ ਮਾਣੈ ਸੁਖ ਸੇਜੜੀ, ਬਿਨ ਪਿਰ ਬਾਦ ਸ਼ਿੰਗਾਰ। ਦੁਖ ਕਨੋ ਦੁਹਾਗਣੀ, ਨਾ ਘਰ ਸੇਜ ਪਤਾਰ। ਮਨ ਰੇ ਰਾਮ ਜਪੋ ਸੁਖ ਹੋਏ, ਬਿਨ ਗੁਰ ਪ੍ਰੇਮ ਨ ਪਾਈਐ। ਸ਼ਬਦ ਮਿਲੈ ਰੰਗ ਹੋਏ ਰਹਾਉ, ਬਿਨ ਗੁਰ ਪ੍ਰੇਮ ਨ ਪਾਈਐ। ਸ਼ਬਦ ਮਿਲੈ ਰੰਗ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਸ਼ਬਦ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਰਾਗ ਸ੍ਰੀ ਰਾਗ ਵਿਖੇ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਅੰਗ 58 ਉੱਪਰ ਸੁਭਾਏਮਾਨ ਹਨ। ਇਨ੍ਹਾਂ ਸ਼ਬਦਾਂ ਰਾਹੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਕੀ ਗਿਆਨ ਬਖਸ਼ਦੇ ਹਨ ਕਿ ਜਿੰਨਾ ਚਿਰ ਮਨੁੱਖ ਗੁਰੂ ਵਾਲਾ ਨਹੀਂ ਬਣਦਾ, ਓਨਾ ਚਿਰ ਇਸ ਦਾ ਮਨੁੱਖਾ ਸਰੀਰ ਤੇ ਸਰੀਰ ਦੇ ਉੱਪਰ ਕੀਤੇ ਹੋਏ ਸ਼ਿੰਗਾਰ ਨਿਫਲ ਹਨ, ਬੇਕਾਰ ਹਨ, ਉਹਨਾਂ ਦਾ ਫਾਇਦਾ ਨਹੀਂ ਕੋਈ। ਇਹ ਮਨੁੱਖਾ ਜੀਵਨ ਦਾ ਤਾਂ ਹੀ ਫਾਇਦਾ ਮਿਲੇਗਾ ਜੇ ਮਨੁੱਖ ਗੁਰੂ ਵਾਲਾ ਬਣੇਗਾ। ਜੇ ਗੁਰੂ ਵਾਲਾ ਨਹੀਂ ਬਣਦਾ ਤੇ ਸਮਝੋ ਉਸੇ ਤਰ੍ਹਾਂ ਹੈ ਜਿਵੇਂ ਕਿਸੇ ਲੜਕੀ ਦੀ ਸ਼ਾਦੀ ਤਾਂ ਨਾ ਹੋਵੇ, ਪਰ ਉਹ ਸ਼ਿੰਗਾਰ ਕਰਕੇ ਮਾਲਕ ਦਾ, ਪਤੀ ਦਾ ਆਨੰਦ ਮਾਣਨਾ ਚਾਹੇ ਤਾਂ ਇਹ ਹੋ ਨਹੀਂ ਸਕਦਾ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਬਦ ਆਰੰਭ ਕਰਦੇ ਹਨ। ਸ੍ਰੀ ਰਾਗ ਮਹੱਲਾ ਪਹਿਲਾ। ਬਿਨ ਪਿਰ ਧਨ ਸ਼ਿੰਗਾਰੀਐ, ਜੋਬਨ ਬਾਦ ਖੁਆਰ। ਜੇ ਕੋਈ ਮਾਲਕ ਨੂੰ ਮਿਲੇ ਤੋਂ ਬਗੈਰ, ਜੇ ਕੋਈ ਲੜਕੀ, ਕੋਈ ਬੱਚੀ ਸ਼ਾਦੀ ਤੋਂ ਬਗੈਰ ਹੀ ਉਹ ਸ਼ਾਦੀ ਵਾਲੇ ਸ਼ਿੰਗਾਰ ਕਰੇ ਤੇ ਉਹ ਜੱਚਦੇ ਨਹੀਂ, ਉਹਨਾਂ ਦਾ ਫਾਇਦਾ ਨਹੀਂ। ਕਿਉਂਕਿ ਕੇਵਲ ਸ਼ਿੰਗਾਰ ਕਰੇ ਆ, ਪਰਮੇਸ਼ਰ ਮਿਲਣ ਵਾਲਾ ਨਹੀਂ, ਉਸ ਦਾ ਆਨੰਦ ਪ੍ਰਾਪਤ ਨਹੀਂ ਹੋਣਾ। ਔਰ ਆਪਣਾ ਜੀਵਨ ਇਸੇ ਭੁਲੇਖੇ ਵਿੱਚ ਹੀ ਬਾਅਦ ਬੇਕਾਰ ਕਰ ਦੇਣਾ, ਖੁਆਰ ਕਰ ਲੈਣਾ। ਜਿਵੇਂ ਬਹੁਤ ਸਾਰੇ ਲੋਕਾਂ ਦਾ ਖਿਆਲ ਹੈ ਬਈ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਦਿਲ ਸਾਫ਼ ਹੋਣਾ ਚਾਹੀਦਾ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕੇਵਲ ਇੱਥੇ ਗੱਲ ਨਹੀਂ ਬਣਨੀ, ਗੁਰੂ ਦੇ ਕੋਲ ਜਾਣਾ ਪੈਣਾ, ਗੁਰੂ ਵਾਲੇ ਬਣਨਾ ਪੈਣਾ। ਜਦ ਗੁਰੂ ਵਾਲੇ ਬਣਾਂਗੇ, ਗੁਰੂ ਦੇ ਲੜ ਲੱਗਾਂਗੇ, ਫਿਰ ਗੁਰੂ ਸਾਡਾ ਉਸ ਪਰਮੇਸ਼ਰ ਦੇ ਨਾਲ ਮਿਲਾਪ ਕਰਾਵੇਗਾ ਸ਼ਬਦ ਰਾਹੀਂ। ਤੇ ਜਦੋਂ ਸਾਡੀ ਜੀਵ ਆਤਮਾ ਦੇ ਅੰਦਰ ਸ਼ਬਦ ਦਾ ਵਾਸਾ ਹੋ ਗਿਆ, ਫਿਰ ਆਨੰਦ ਆਊਗਾ ਜ਼ਿੰਦਗੀ ਦਾ। ਫਿਰ ਗੁਰੂ ਵਾਲੇ ਬਣ ਕੇ ਇਸ ਮਨੁੱਖਾ ਜੀਵਨ ਨੂੰ ਅਸੀਂ ਸਫਲਾ ਕਰ ਸਕਦੇ ਹਾਂ। ਵਰਨਾ ਫਿਰ ਉਸ ਲੜਕੀ ਵਰਗੇ ਹਾਂ ਜਿਸ ਦੀ ਸ਼ਾਦੀ ਹੋਈ ਨਹੀਂ, ਪਰ ਬਾਹਰੀ ਤੌਰ 'ਤੇ ਉਹ ਸੁਹਾਗਣਾ ਇਸਤਰੀਆਂ ਵਾਲੇ ਸ਼ਿੰਗਾਰ ਕਰ ਲਵੇ, ਪਰ ਉਹਨਾਂ ਦਾ ਉਸ ਨੂੰ ਕੋਈ ਫਾਇਦਾ ਨਹੀਂ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਬਿਨ ਪਿਰ ਧਨ ਸ਼ਿੰਗਾਰੀਐ ਜੋਬਨ ਬਾਦ ਖੁਆਰ ਨਾ ਮਾਣੈ ਸੁਖ ਸੇਜਣੀ। ਫਿਰ ਬਿਨਾਂ ਗੁਰੂ ਦੇ ਲੜ ਲੱਗਿਆ, ਬਿਨਾਂ ਗੁਰੂ ਤੋਂ ਗਿਆਨ ਲਿਆ, ਉਹ ਮਨੁੱਖ, ਉਹ ਜੀਵ ਇਸਤਰੀ ਕਿਵੇਂ ਆਨੰਦ ਮਾਣ ਸਕਦੀ ਹੈ? ਐਂ ਤਾਂ ਬਾਜ਼ਾਰ 'ਚੋਂ ਸ੍ਰੀ ਸਾਹਿਬ ਦੱਸੇ ਜਿਹੜੇ ਹਨ ਸ਼ਾਸਤਰ ਆਪਾਂ ਨੂੰ ਪੰਜੇ ਕਕਾਰ ਮਿਲ ਜਾਂਦੇ ਆ, ਪਰ ਜੇ ਕੋਈ ਕਹੇ ਕਿ ਮੈਂ 5 ਕਕਾਰ ਪਾ ਲਵਾਂ ਪਰ ਅੰਮ੍ਰਿਤ ਛਕਣ ਦੀ ਲੋੜ ਨਹੀਂ, ਤਾਂ ਫਿਰ ਉਹ ਗੱਲ ਕਿਵੇਂ ਬਣੇਗੀ? ਜੇ ਕੋਈ ਬਾਹਰੀ ਤੌਰ 'ਤੇ ਧਾਰਮਿਕ ਚਿੰਨ੍ਹਾਂ ਦਾ ਸ਼ਿੰਗਾਰ ਤਾਂ ਕਰ ਲਵੇ ਪਰ ਗੁਰੂ ਦੀ ਦੱਸੀ ਮੱਤ ਅਨੁਸਾਰ ਨਾ ਚੱਲੇ, ਫਿਰ ਉਸ ਨੂੰ ਉਹ ਆਨੰਦ ਕਿਵੇਂ ਆ ਸਕਦਾ ਹੈ? ਇਸ ਕਰਕੇ ਬਿਨ ਪਿਰ ਧਨ ਸ਼ਿੰਗਾਰੀਐ, ਕੋਈ ਧਨ ਕਹਿੰਦੀ ਆ ਇਸਤਰੀ ਨੂੰ ਬਿਨਾਂ ਮਾਲਕ ਤੋਂ ਸ਼ਿੰਗਾਰ ਕਰ ਲਵੇ, ਉਹਦਾ ਜੋਬਨ, ਉਹਦੀ ਜਵਾਨੀ, ਉਹਦਾ ਜੀਵਨ, ਮਨੁੱਖਾ ਜਨਮ ਜਿਹੜਾ ਹੈ ਖੁਆਰ ਹੋ ਜਾਵੇਗਾ, ਬੇਕਾਰ ਜਾਵੇਗਾ। ਨਾ ਮਾਣੈ ਸੁਖ ਸੇਜੜੀ, ਫਿਰ ਆਪਣੀ ਮਾਲਕ ਦੀ ਛੇਜਾ ਦਾ ਆਨੰਦ ਕਿਵੇਂ ਮਾਣ ਸਕਦੀ ਆ? ਬਿਨ ਪਿਰ ਬਾਦ ਸ਼ਿੰਗਾਰ, ਇਸੇ ਤਰ੍ਹਾਂ ਮਾਲਕ ਤੋਂ ਬਗੈਰ ਕੀਤਾ ਹੋਇਆ ਸ਼ਿੰਗਾਰ ਨਿਫਲ ਜਾਂਦਾ। ਜਦ ਕਿਸੇ ਇਸਤਰੀ ਦੇ ਸਿਰ ਤੋਂ ਉਸ ਦਾ ਪਤੀ ਉੱਠ ਜਾਂਦਾ ਤੇ ਉਹ ਸ਼ਿੰਗਾਰ ਕਰਨੇ ਬੰਦ ਕਰ ਦਿੰਦੀ ਹੈ, ਔਰ ਜਿੰਨਾ ਚਿਰ ਕੋਈ ਲੜਕੀ ਵਿਆਹੀ ਨਹੀਂ ਜਾਂਦੀ ਉਹ ਸ਼ਿੰਗਾਰ ਨਹੀਂ ਕਰਦੀ। ਇਸ ਕਰਕੇ ਸ਼ਿੰਗਾਰ ਦਾ ਮਤਲਬ ਤਾਂ ਮਾਲਕ ਦੇ ਪਿਆਰ ਨਾਲ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਸਿੱਖਾ ਇਹ ਸ਼ਿੰਗਾਰ ਉਦੋਂ ਦੁਖਦਾਈ ਹੈ ਜਦੋਂ ਮਾਲਕ ਨਾ ਮਿਲੇ। ਸ਼ਿੰਗਾਰ ਵੀ ਤਾਂ ਸੁਖ ਦਿੰਦਾ ਹੈ ਜੇ ਮਾਲਕ ਨਾਲ ਹੋਵੇ। ਪੁਰਾਣੇ ਸਮਿਆਂ ਦੇ ਵਿੱਚ ਆਪਾਂ ਕਹਾਣੀਆਂ ਸੁਣਿਆ ਕਰਦੇ ਸੀ ਕਿ ਫਲਾਣੇ ਰਾਜੇ ਦੀ ਰਾਣੀ ਖਣ ਪੱਟੀ ਲੈ ਕੇ ਪੈ ਗਈ, ਭਾਵ ਕਿਸੇ ਕਾਰਨ ਰਾਜੇ ਤੋਂ ਵਿਛੜੀ ਹੋਈ ਹੈ, ਰਾਜੇ ਤੋਂ ਦੁਖੀ ਹੈ ਕਿਸੇ ਕਾਰਨ, ਤੇ ਸ਼ਾਮਾਂ ਨੂੰ ਉਸਨੇ ਕੀ ਕਰਨਾ? ਨਾ ਘਰੇ ਦੀਵਾ ਜਗਾਉਣਾ, ਨਾ ਲਾਈਟ ਕਰਨੀ, ਨਾ ਸ਼ਿੰਗਾਰ ਕਰਨਾ, ਨਾ ਕੁਝ ਤਿਆਰੀ ਕਰਨੀ। ਤੇ ਜਦ ਰਾਜੇ ਨੇ ਆ ਕੇ ਵੇਖਣਾ ਵੀ ਇਹ ਕੀ ਕਾਰਨ ਹੈ, ਤਾਂ ਉਸ ਨੂੰ ਉਹ ਦੁੱਖ ਜਿਹੜਾ ਹੈ, ਸ਼ਿੰਗਾਰ ਜਿਹੜਾ ਹੈ ਦੁੱਖ ਦਿੰਦਾ। ਸਾਵਣ ਸਰਸੀ ਕਾਮਨੀ ਚਰਨ ਕਮਲ ਸਿਓ ਪਿਆਰ, ਜਿਸ ਤਰ੍ਹਾਂ ਸਾਵਣ ਦੇ ਮਹੀਨੇ ਵਿੱਚ ਬੱਚੀਆਂ ਗੁਰੂ ਪਿਆਰਿਓ ਪੀਂਘਾਂ ਪਾਉਂਦੀਆਂ, ਪੇਕਿਆਂ ਦੇ ਵਿੱਚ ਆ ਕੇ ਖੁਸ਼ੀਆਂ ਮਨਾਉਂਦੀਆਂ, ਤਾਂ ਉਹ ਦੱਸਦੀਆਂ ਕਿ ਅਸੀਂ ਆਪਣੇ ਮਾਲਕ ਦੇ ਨਾਲ ਹਾਂ। ਇਹ ਇਸ਼ਾਰਾ ਹੈ ਆਨੰਦ ਮਾਣਨ ਦਾ। ਪਰ ਜਿਹੜੀਆਂ ਗੁਰੂ ਪਿਆਰਿਓ ਮਾਲਕ ਤੋਂ ਵਿਛੜੀਆਂ ਹੋਈਆਂ, ਨਾ ਉਹਨਾਂ ਨੂੰ ਸਾਉਣ ਦਾ ਮਹੀਨਾ ਚੰਗਾ ਲੱਗਦਾ, ਨਾ ਉਹ ਹੱਸਣਾ ਖੇਡਣਾ ਚੰਗਾ ਲੱਗਦਾ, ਨਾ ਸ਼ਿੰਗਾਰ ਚੰਗਾ ਲੱਗਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਿੱਖੋ ਬਿਨ ਗੁਰ ਪ੍ਰੇਮ ਨਾ ਪਾਈਐ। ਇਹ ਮਾਲਕ ਦਾ ਪਿਆਰ ਗੁਰੂ ਤੋਂ ਬਗੈਰ ਨਹੀਂ ਮਿਲਦਾ। ਪ੍ਰੇਮ ਜਿਹੜਾ ਹੈ ਮਾਲਕ ਦਾ, ਇਹ ਗੁਰੂ ਤੋਂ ਬਗੈਰ ਨਹੀਂ ਮਿਲਦਾ। ਗੁਰੂ ਹੀ ਉਸ ਪ੍ਰੇਮ ਨੂੰ ਬਖਸ਼ਿਸ਼ ਕਰਨ ਵਾਲਾ ਹੈ ਸਿੱਖ ਨੂੰ। ਸ਼ਬਦ ਮਿਲੈ ਰੰਗ ਹੋਏ, ਜਦੋਂ ਗੁਰੂ ਮਿਲਦਾ ਨਾ ਫਿਰ ਹੀ ਗੱਲ ਬਣਦੀ ਹੈ, ਨਹੀਂ ਤਾਂ ਬਿਨ ਪਿਰ ਧਨ ਸ਼ਿੰਗਾਰੀਐ ਜੋਬਨ ਬਾਦ ਖੁਆਰ, ਮਨਾ ਮਾਣੈ ਸੁਖ ਸੇਜੜੀ। ਬਿਨ ਪਿਰ ਬਾਦ ਸ਼ਿੰਗਾਰ ਦੁਖ ਘਣੋ ਦੁਹਾਗਣੀ, ਨਾ ਘਰ ਸੇਜ ਪਧਾਰ। ਉਹ ਦੁਹਾਗਣਾ ਇਸਤਰੀਆਂ ਜੋ ਮਾਲਕ ਤੋਂ ਵਿਛੜ ਚੁੱਕੀਆਂ, ਉਹਨਾਂ ਨੂੰ ਨਾ ਮਾਲਕ ਦਾ ਸੁੱਖ, ਨਾ ਘਰ ਦਾ ਸੁੱਖ, ਨਾ ਸ਼ਿੰਗਾਰ ਦਾ ਸੁੱਖ, ਨਾ ਛੇਜਾ ਦਾ ਸੁੱਖ, ਕੁਝ ਵੀ ਚੰਗਾ ਨਹੀਂ ਲੱਗਦਾ। ਮਾਲਕ ਤੋਂ ਵਿਛੜ ਕੇ ਇਸ ਉਦਾਹਰਨ ਨੂੰ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਹੇ ਸਤਿਗੁਰੂ, ਮੇਰਾ ਤੇਰੇ ਤੋਂ ਵਿਛੜ ਕੇ ਜੀ ਨਹੀਂ ਲੱਗਦਾ।
ਮੋਹਿ ਰੈਣ ਨਾ ਬਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰਦੁਆਰੇ ਜੀਓ। ਜਿੰਨਾ ਚਿਰ ਮੈਂ ਤੁਹਾਨੂੰ ਮਿਲ ਨਹੀਂ ਪੈਂਦਾ, ਹੁਣ ਦੁਬਾਰਾ ਮੈਂ ਕਦੋਂ ਮਿਲਾਂਗਾ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੈ ਚਾਤਰਕ ਕੀ ਨਿਆਈ। ਮੇਰਾ ਮਨ ਜਿਹੜਾ ਹੈ ਗੁਰੂ ਦੇ ਦਰਸ਼ਨਾਂ ਨੂੰ ਲੋਚਦਾ ਹੈ, ਬਿਲਕਦਾ ਹੈ। ਪਪੀਹੇ ਦੀ ਤਰ੍ਹਾਂ ਮੈਨੂੰ ਦਰਸ਼ਨ ਦਿਓ। ਇਹ ਪੰਜਵੇਂ ਪਾਤਸ਼ਾਹ ਜੀ ਨੇ ਆਪਣੇ ਮਨ ਦੀ ਅਵਸਥਾ ਉਸ ਵੇਲੇ ਕਹੀ ਜਦੋਂ ਲਾਹੌਰ ਚਲੇ ਗਏ ਸੀ। ਸਤਿਗੁਰਾਂ ਨੇ ਭੇਜੇ ਹੋਏ, ਪਰ ਸਤਿਗੁਰਾਂ ਨੇ ਕਿਹਾ ਸੀ ਸੱਦੇ ਬਿਨਾ ਆਉਣਾ ਨਹੀਂ, ਤੇ ਆ ਸਕਦੇ ਨਹੀਂ, ਤੇ ਗੁਰੂ ਨੇ ਹਲੇ ਬੁਲਾਇਆ ਨਹੀਂ। ਇਸ ਕਰਕੇ ਜਿਹੜਾ ਉਹ ਦੁੱਖ ਹੈ ਵਿਛੋੜੇ ਦਾ, ਇਹ ਗੁਰੂ ਅਰਜਨ ਦੇਵ ਜੀ ਨੇ ਫੀਲ ਕੀਤਾ, ਔਰ ਉਸ ਵਿਛੋੜੇ ਦੇ ਦੁੱਖ ਨੂੰ ਦੂਰ ਕਰਨ ਵਾਸਤੇ ਸ਼ਬਦ ਹਜ਼ਾਰੇ ਨਾਮ ਦੀ ਬਾਣੀ ਉਚਾਰਨ ਕੀਤੀ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਮਹਾਰਾਜ ਜਿੰਨਾ ਚਿਰ ਤੁਹਾਡੇ ਦੁਆਰਾ ਦਰਸ਼ਨ ਨਹੀਂ ਹੋ ਜਾਂਦੇ, ਮੈਨੂੰ ਨੀਂਦ ਨਹੀਂ ਆਉਂਦੀ, ਸ਼ਾਂਤੀ ਨਹੀਂ ਆਉਂਦੀ। ਕਿਰਪਾ ਕਰਕੇ ਦਰਸ਼ਨ ਦਿਓ। ਤਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਹਨ, ਸਿੱਖਾ ਮਨ ਰੇ ਰਾਮ ਜਪੋ ਸੁਖ ਹੋਏ। ਸੰਸਾਰ ਦੀ ਉਦਾਹਰਨ ਦਿੱਤੀ ਆ, ਜੋ ਇਹਦੋਂ ਪਹਿਲਾਂ ਆਪਾਂ ਵਿਚਾਰ ਕੀਤੀ। ਇਹ ਉਦਾਹਰਨ ਸੀ। ਇਸੇ ਤਰ੍ਹਾਂ ਹੀ ਮਨ ਨੂੰ ਸੰਬੋਧਨ ਕਰਕੇ ਗੁਰੂ ਸਾਹਿਬ ਕਹਿੰਦੇ ਪਰਮੇਸ਼ਰ ਦਾ ਨਾਮ ਜਪਿਆ ਕਰ, ਮਾਲਕ ਦੇ ਨਾਲ ਜੁੜਿਆ ਕਰ, ਮਾਲਕ ਨੂੰ ਯਾਦ ਰੱਖਿਆ ਕਰ। ਤਾਂ ਤੈਨੂੰ ਵੀ ਆਤਮਿਕ ਸੁੱਖ, ਆਤਮਿਕ ਆਨੰਦ ਪ੍ਰਾਪਤ ਹੋ ਸਕਦਾ। ਮਨ ਰੇ ਨਾ ਆਰਾਮ ਜਪੋ ਸੁਖ ਹੋਏ, ਬਿਨ ਗੁਰ ਪ੍ਰੇਮ ਨ ਪਾਈਐ, ਸ਼ਬਦ ਮਿਲੈ ਰੰਗ ਹੋਏ। ਜਿੰਨਾ ਚਿਰ ਤੂੰ ਗੁਰੂ ਦੇ ਲੜ ਨਹੀਂ ਲੱਗਦਾ, ਗੁਰੂ ਵਾਲਾ ਨਹੀਂ ਬਣਦਾ, ਗੁਰੂ ਕੋਲੋਂ ਪ੍ਰੇਮ ਦੀ ਅਵਸਥਾ ਨੂੰ ਪ੍ਰਾਪਤ ਨਹੀਂ ਕਰਦਾ, ਜਿਸ ਪ੍ਰੇਮ ਦੇ ਬਾਰੇ ਗੁਰੂ ਹੀ ਸਮਝਾਵੇਗਾ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਸ ਪ੍ਰੇਮ ਦੇ ਬਾਰੇ ਗੁਰੂ ਸਮਝਾਵੇਗਾ, ਉਸ ਪ੍ਰੇਮ ਨੂੰ ਪ੍ਰਾਪਤ ਹੋਵੋ। ਗੁਰੂ ਨੂੰ ਪੁੱਛ ਕੇ ਜਦ ਗੁਰੂ ਕੋਲ ਜਾਵਾਂਗੇ, ਗੁਰੂ ਸ਼ਬਦ ਦੀ ਦਾਤ ਬਖਸ਼ੇਗਾ, ਮਾਲਕ ਦਾ ਨਾਮ ਬਖਸ਼ੇਗਾ ਸਾਨੂੰ, ਉਹਦਾ ਨਾਮ ਦੱਸੇਗਾ। ਉਹਦਾ ਨਾਮ ਕੀ ਹੈ? ਸਾਨੂੰ ਸਤਿਗੁਰਾਂ ਨੇ ਵਾਹਿਗੁਰੂ ਮੰਤਰ ਜੋ ਜਪਣ ਲਈ ਦਿੱਤਾ, ਇਹ ਪਰਮੇਸ਼ਰ ਨੂੰ ਮਿਲਾਉਣ ਲਈ ਉਸ ਨਾਮੀ ਦਾ ਨਾਮ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਸਿੱਖਾ ਬਿਨ ਗੁਰ ਪ੍ਰੇਮ ਨ ਪਾਈਐ, ਗੁਰੂ ਤੋਂ ਬਗੈਰ ਉਹ ਮਾਲਕ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸ਼ਬਦ ਮਿਲੈ ਰੰਗ ਹੋਏ, ਤੇ ਜਦੋਂ ਉਸ ਦਾ ਪ੍ਰੇਮ ਪ੍ਰਾਪਤ ਹੋ ਗਿਆ, ਫਿਰ ਤੈਨੂੰ ਰੰਗ ਚੜ੍ਹੇਗਾ। ਫਿਰ ਸਰੀਰ ਤਾਂ ਕੀਤਾ ਹੋਇਆ ਸ਼ਿੰਗਾਰ ਵੀ ਚੰਗਾ ਲੱਗੇਗਾ, ਸਰੀਰ ਵੀ ਚੰਗਾ ਲੱਗੇਗਾ। ਫਿਰ ਇਹ ਸਰੀਰ ਵੀ ਚੰਗਾ ਲੱਗੇਗਾ, ਇਹ ਤੇ ਕੀਤਾ ਹੋਇਆ ਸ਼ਿੰਗਾਰ ਵੀ ਚੰਗਾ ਲੱਗੇਗਾ। ਧਾਰਮਿਕ ਚਿੰਨ੍ਹ ਪਹਿਨੇ ਵੀ ਫੇਰ ਚੰਗੇ ਲੱਗਣਗੇ ਜੇ ਸਾਡੇ ਅੰਦਰ ਪ੍ਰੇਮ ਪੈਦਾ ਹੋ ਜਾਵੇ, ਪ੍ਰੇਮ ਪ੍ਰਗਟ ਹੋ ਜਾਵੇ। ਬਿਨ ਗੁਰ ਪ੍ਰੇਮ ਨ ਪਾਈਐ, ਸ਼ਬਦ ਮਿਲੈ ਰੰਗ ਹੋਏ ਰਹਾਓ। ਗੁਰ ਸੇਵਾ ਸੁਖ ਪਾਈਐ, ਹਰ ਵਰ ਸਹਿਜ ਸ਼ਿੰਗਾਰ। ਤੇ ਗੁਰੂ ਦੇ ਕੋਲੋਂ ਪ੍ਰੇਮ ਮਿਲੂ ਕਿਵੇਂ? ਗੁਰੂ ਦੀ ਸੇਵਾ ਕਰਕੇ। ਜਦੋਂ ਗੁਰੂ ਦੀ ਸੇਵਾ ਕਰਾਂਗੇ ਤਾਂ ਫੇਰ ਸਾਨੂੰ ਸਤਿਗੁਰ ਉਹ ਸੁੱਖ ਦਾ ਰਸਤਾ ਦੱਸੇਗਾ।
ਜਾਏ ਪੁੱਛੋ ਸੁਹਾਗਣੀ। ਆਓ ਉਸ ਪਰਮੇਸ਼ਰ ਦੀਆਂ ਪਿਆਰੀਆਂ ਰੂਹਾਂ ਨੂੰ ਜਿਹੜੀਆਂ ਨਾਮ ਜਪਦੀਆਂ, ਵੀ ਤੁਹਾਨੂੰ ਉਸ ਮਾਲਕ ਦੀ ਪ੍ਰਾਪਤੀ ਕਿਵੇਂ ਹੋਈ, ਤਾਂ ਫਿਰ ਉਹ ਦੱਸਦੀਆਂ ਕਿ ਕਿੱਦਾਂ ਹੋਈ। ਪਰ ਕਈ ਤਾਂ ਕਹਿੰਦੇ ਬੋਲਦੀਆਂ ਹੀ ਨਹੀਂ, ਦੱਸਦੀਆਂ ਹੀ ਨਹੀਂ, ਕਿਉਂਕਿ ਉਸ ਮਾਲਕ ਦੇ ਆਨੰਦ ਵਿੱਚ ਡੁੱਬੀਆਂ ਹੋਈਆਂ, ਉਹਦੇ ਰੰਗ ਵਿੱਚ ਮਸਤ ਚੁੱਪ ਰਹਿੰਦੀਆਂ, ਉਹ ਬੋਲਦੀਆਂ ਹੀ ਨਹੀਂ। ਉਹਨਾਂ ਕੋਲੇ ਦੱਸਣ ਦੇ ਲਈ ਸ਼ਬਦ ਹੀ ਨਹੀਂ ਹੈਗੇ। ਤਾਂ ਉਹਨਾਂ ਨੂੰ ਬੁਲਾਇਆ ਜਾ ਸਕਦਾ ਉਹਨਾਂ ਦੀ ਸੇਵਾ ਕਰਕੇ। ਗੁਰ ਸੇਵਾ ਸੁਖ ਪਾਈਐ, ਹਰ ਵਾਰ ਸਹਿਜ ਸ਼ਿੰਗਾਰ। ਸੱਚ ਮਾਣੇ ਪਿਰ ਸੇਜੜੀ, ਗੂੜਾ ਹੇਤ ਅਪਾਰ। ਜਦੋਂ ਕੋਈ ਗੁਰੂ ਦੀ ਸੇਵਾ ਦੇ ਵਿੱਚ ਲੱਗ ਕਰਕੇ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਮਿਹਨਤ ਕਰਦਾ, ਹਿੰਮਤ ਕਰਦਾ, ਤਾਂ ਹੀ ਉਸ ਦੀ ਪ੍ਰਾਪਤੀ ਹੋ ਸਕਦੀ ਆ। ਪਾਤਸ਼ਾਹ ਜੀ ਕਹਿੰਦੇ ਸਿੱਖੋ, ਗੁਰ ਸੇਵਾ ਸੁਖ ਪਾਈਐ, ਹਰ ਵਾਰ ਸਹਿਜ ਸ਼ਿੰਗਾਰ। ਸੱਚ ਮਾਣੇ ਪਿਰ ਸੇਜੜੀ, ਗੂੜਾ ਹੇਤ ਪਿਆਰ। ਤਾਂ ਉਸ ਮਾਲਕ ਪਤੀ ਪਰਮੇਸ਼ਰ ਦੀ ਸੇਜਾ ਨੂੰ ਅਸੀਂ ਮਾਣ ਸਕਦੇ ਹਾਂ, ਉਸ ਦੇ ਨਾਲ ਗੂੜਾ ਪ੍ਰੇਮ ਪੈ ਸਕਦਾ ਹੈ। ਉਸ ਸੱਚ ਨੂੰ ਜਾਣਿਆ ਜਾ ਸਕਦਾ ਹੈ। ਸੱਚ ਮਾਣੇ ਪਿਰ ਸੇਜੜੀ, ਗੂੜਾ ਹੇਤ ਪਿਆਰ। ਗੁਰਮੁਖ ਜਾਣ ਸਜਾਣੀਐ, ਗੁਰ ਮੇਲੀ ਗੁਣ ਚਾਰ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਮਾਲਕ ਦੇ ਨਾਲ ਮਿਲਾਉਣ ਦੇ ਲਈ ਗੁਰੂ ਹੀ ਇਹ ਕਾਰਜ ਕਰ ਸਕਦਾ। ਗੁਰਮੁਖਾਂ ਦੀ ਸੰਗਤ ਕਰਕੇ, ਗੁਰੂ ਨੂੰ ਪੁੱਛ ਕੇ ਗੁਰੂ ਦੇ ਬਖਸ਼ੇ ਗੁਣਾਂ ਨੂੰ ਧਾਰਨ ਕਰਕੇ ਉਸ ਮਾਲਕ ਨੂੰ ਪ੍ਰਾਪਤ ਕੀਤਾ ਜਾ ਸਕਦਾ। ਸੱਚ ਮਿਲੋ ਵਰ ਕਾਮਣੀ, ਫਿਰ ਮੋਹੀ ਰੰਗ ਲਾਏ। ਇਸ ਤਰ੍ਹਾਂ ਗੁਰਮੁਖ ਜਾਣ ਸਜਾਣੀਐ, ਗੁਰ ਮੇਲੀ ਗੁਣ ਚਾਰ। ਸਤਿਗੁਰੂ ਪਾਤਸ਼ਾਹ ਜੀ ਬਖਸ਼ੇ ਕਰਦੇ ਹਨ, ਜਦੋਂ ਅਸੀਂ ਗੁਰਮੁਖਾਂ ਦੇ ਸੰਗਤ ਕਰਾਂਗੇ, ਗੁਰਮੁਖਾਂ ਦੇ ਕੋਲੋਂ ਜਾਣਾਂਗੇ, ਗੁਰੂ ਦੇ ਬਖਸ਼ੇ ਗੁਣਾਂ ਨੂੰ ਗ੍ਰਹਿਣ ਕਰਾਂਗੇ, ਤਾਂ ਹੀ ਅਸੀਂ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦਾ ਆਨੰਦ ਮਾਣ ਸਕਦੇ ਹਾਂ। ਸੱਚ ਮਿਲੋ ਵਰ ਕਾਮਣੀ, ਫਿਰ ਮੋਹੀ ਰੰਗ ਲਾਏ। ਜਦੋਂ ਇਹ ਜੀਵ ਆਤਮਾ, ਕਾਮਨੀ ਭਾਵ ਜੀਵ ਇਸਤਰੀ, ਜੀਵ ਆਤਮਾ ਸਾਡੀ ਸੁਰਤ
ਜਦੋਂ ਸੱਚ ਦੇ ਨਾਲ ਜੁੜਦੀ ਹੈ, ਸੱਚ ਮਿਲੋ ਵਰ ਕਾਮਨੀ, ਭਾਵ ਜਦੋਂ ਸਾਡੀ ਸੁਰਤ ਸ਼ਬਦ ਨਾਲ ਜੁੜਦੀ ਹੈ, ਸ਼ਬਦ ਵਰ ਹੈ, ਸੁਰਤ ਕਾਮਨੀ ਹੈ। ਆਤਮਾ ਕਾਮਨੀ ਹੈ, ਪਰਮਾਤਮਾ ਵਰ ਹੈ। ਇਹਨਾਂ ਦੋਹਾਂ ਦਾ ਜਦ ਮਿਲਾਪ ਹੁੰਦਾ ਹੈ, ਸੱਚ ਮਿਲੋ ਵਰ ਕਾਮਨੀ ਫਿਰ ਮੋਹੀ ਰੰਗ ਲਾਏ। ਜਦੋਂ ਇਹ ਜੀਵ ਇਸਤਰੀ, ਇਹ ਆਤਮਾ, ਇਹ ਸੁਰਤ ਸ਼ਬਦ ਨਾਲ ਜੁੜਦੀ ਹੈ, ਜਿਸ ਤਰ੍ਹਾਂ ਪਾਤਸ਼ਾਹ ਦਾ ਇੱਕ ਵਚਨ ਹੈ, ਕਦੋਂ ਸੁਖੀ ਵਸਦੀ ਆ, ਕਾਇਆ ਕਾਮਣ ਸਦਾ ਸੁਹੇਲੀ, ਫਿਰ ਵਸੈ ਜਿਸ ਨਾਲੇ, ਫਿਰ ਸੱਚੇ ਤੇ ਸਦਾ ਸੁਹਾਗਣ, ਗੁਰ ਕਾ ਸ਼ਬਦ ਸੰਭਾਲੇ। ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਸੱਚੇ ਦੇ ਨਾਲ ਜੁੜ ਕਰਕੇ ਇਹ ਤਾਂ ਹੀ ਸੁਖੀ ਵਸਦੀ ਆ। ਕਾਇਆ ਕਾਮਣ ਸਦਾ ਸੁਹੇਲੀ, ਕਾਇਆ ਤੇ ਕਾਮਣ ਦੋ ਜਣੇ ਲਿਖੇ। ਕਾਇਆ ਸਾਡੀ ਦੇਹੀ ਹੈ, ਕਾਮਣ ਤੋਂ ਭਾਵ ਇਸਤਰੀ ਹੈ। ਜਿਸ ਤਰ੍ਹਾਂ ਕੋਈ ਇਸਤਰੀ ਆਪਣੇ ਮਾਲਕ ਦੇ ਨਾਲ ਹੀ ਸੁਖੀ ਵਸਦੀ ਆ, ਇਸੇ ਤਰ੍ਹਾਂ ਇਹ ਦੇਹੀ ਜਿਹੜੀ ਹੈ ਸ਼ਬਦ ਨਾਲ ਜੁੜ ਕੇ ਹੀ ਸੁਖੀ ਵਸਦੀ ਆ। ਸੱਚ ਮਿਲਹੁ ਵਰ ਕਾਮਨੀ, ਹੈ ਜੀਵ ਇਸਤਰੀ, ਹੈ ਮੇਰੀ ਸੁਰਤ, ਸੱਚ ਦੇ ਸ਼ਬਦ ਨਾਲ ਜੁੜਨਾ ਕਰ, ਉਸ ਮਾਲਕ ਨਾਲ ਜੁੜਨਾ ਕਰ। ਫਿਰ ਮੋਹੀ ਰੰਗ ਲਾਏ, ਫਿਰ ਤੈਨੂੰ ਉਸ ਮਾਲਕ ਦਾ ਰੰਗ ਚੜ੍ਹ ਸਕਦਾ। ਮਨ ਤਨ ਸੱਚ ਵਿਗਸਿਆ, ਕੀਮਤ ਕਹਿਣ ਨ ਜਾਏ। ਫੇਰ ਤੇਰੇ ਮਨ ਤੇ ਤਨ ਵਿੱਚੋਂ ਸੱਚ ਦਾ ਖੇੜਾ ਆਵੇਗਾ। ਵਿਗਸਣਾ ਹੁੰਦਾ ਖੁਸ਼ ਹੋਣਾ, ਆਨੰਦ ਆਉਣਾ, ਖੇੜਾ ਆਉਣਾ। ਜਦੋਂ ਇਹ ਜੀਵ ਮਨ ਤੇ ਤਨ ਕਰਕੇ ਸੱਚ ਨਾਲ ਜੁੜਦਾ ਹੈ, ਗੁਰੂ ਦੇ ਬਖਸ਼ੇ ਗੁਣਾਂ ਨੂੰ ਧਾਰਨ ਕਰਦਾ ਹੈ, ਤਾਂ ਹੀ ਇਸ ਦੇ ਅੰਦਰ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ। ਮਨ ਤਨ ਸਾਚ ਵਿਗਸਿਆ, ਕੀਮਤ ਕਹਿਣ ਨਾ ਜਾਏ। ਫਿਰ ਉਸ ਆਨੰਦ ਦਾ ਅਸੀਂ ਅੰਤ ਨਹੀਂ ਪਾ ਸਕਦੇ, ਕੀਮਤ ਨਹੀਂ ਪਾ ਸਕਦੇ। ਜਦੋਂ ਸੱਚ ਜਿਹੜਾ ਹੈ ਸਾਡੇ ਹਿਰਦੇ ਵਿੱਚ ਪ੍ਰਵੇਸ਼ ਕਰਦਾ, ਜਿਸ ਦੇ ਨਾਲ ਮਨ ਤੇ ਤਨ ਦੇ ਅੰਦਰ ਖੇੜਾ ਖੁਸ਼ੀ ਪ੍ਰਾਪਤ ਹੁੰਦੀ, ਉਹਦੀ ਫਿਰ ਕੀਮਤ ਨਹੀਂ ਪਾਈ ਜਾ ਸਕਦੀ। ਮਨ ਤਨ ਸਾਚ ਵਿਗਸਿਆ, ਕੀਮਤ ਕਹਿਣ ਨਾ ਜਾਏ। ਹਰ ਵਰ ਘਰ ਸੁਹਾਗਣੀ, ਨਿਰਮਲ ਸਾਚੈ ਨਾਏ। ਇਉ ਉਹ ਸੁਹਾਗਣ ਇਸਤਰੀ ਦੀ ਤਰ੍ਹਾਂ ਇਹ ਜੀਵ ਆਤਮਾ ਪਰਮੇਸ਼ਰ ਰੂਪੀ ਵਰ ਦੇ ਨਾਲ ਰਹਿੰਦੀ ਹੈ। ਭਾਵ ਸਾਡਾ ਜੀਵ ਆਤਮਾ ਸਾਡੀ ਸੁਰਤ ਸ਼ਬਦ ਨਾਲ ਜੁੜਦੀ ਹੈ ਜਦੋਂ, ਫਿਰ ਇਸ ਦੇ ਅੰਦਰ ਖੇੜਾ ਖੁਸ਼ੀ ਪ੍ਰਾਪਤ ਹੁੰਦੀ ਆ। ਮਨ ਤਨ ਸਾਚ ਵਿਗਸਿਆ, ਕੀਮਤ ਕਹਿਣ ਨਾ ਜਾਏ। ਇਹਦੇ ਅੰਦਰ ਸੱਚ ਦਾ ਆਨੰਦ ਜਦ ਪ੍ਰਾਪਤ ਹੁੰਦਾ, ਉਹਦਾ ਫਿਰ ਕੋਈ ਅੰਤ ਨਹੀਂ ਪਾ ਸਕਦਾ। ਹਰ ਵਰ ਘਰ ਸੁਹਾਗਣੀ, ਨਿਰਮਲ ਸਾਚੈ ਨਾਏ। ਇਉਂ ਫਿਰ ਇਹ ਜੀਵ ਇਸਤਰੀ, ਇਹ ਜੀਵ ਆਤਮਾ ਸਾਡੀ ਸੁਰਤ ਸ਼ਬਦ ਨਾਲ ਜਦ ਜੁੜਦੀ ਹੈ, ਤੋ ਹਰ ਵਾਰ ਪਰਮੇਸ਼ਰ ਰੂਪੀ ਪਤੀ ਦੇ ਘਰ
ਇਹ ਸੁਹਾਗਣ ਬਣ ਕੇ ਵਸਦੀ ਹੈ, ਭਾਵ ਆਪਣੇ ਮਾਲਕ ਦੇ ਨਾਲ ਜੁੜਦੀ ਹੈ, ਮਿਲਦੀ ਹੈ। ਨਿਰਮਲ ਸਾਚੈ ਨਾਏ, ਦਿਨ ਰਾਤ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦੀ ਹੋਈ ਆਪਣੇ ਆਪ ਨੂੰ ਨਿਰਮਲ ਕਰ ਲੈਂਦੀ ਹੈ। ਸੱਚ ਦੇ ਨਾਮ ਨਾਲ ਜੁੜ ਕੇ, ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਮਨ ਮਹਿ ਮਨੁਆ ਜੇ ਮਰੇ ਤਾਂ ਫਿਰ ਰਾਵੈ ਨਾਰ, ਇਹ ਜੀਵ ਆਤਮਾ ਜੀਵ ਇਸਤਰੀ ਉਸ ਮਾਲਕ ਨੂੰ ਕਿਵੇਂ ਪ੍ਰਾਪਤ ਕਰ ਸਕਦੀ ਹੈ? ਜੇ ਮਨ ਮੈਂ ਮਨੁਆ ਮਰੇ, ਭਾਵ ਆਪਣੇ ਹੰਕਾਰ ਨੂੰ ਆਪ ਮਾਰ ਲਵੇ, ਮਨ ਦੇ ਵਿੱਚ ਉੱਠਣ ਵਾਲੀਆਂ ਲਹਿਰਾਂ ਨੂੰ ਸ਼ਾਂਤ ਕਰ ਲਵੇ, ਜਦੋਂ ਇਹ ਆਪਣੇ ਆਪੇ ਦੇ ਵਿੱਚ ਸਮਾ ਜਾਂਦੀ ਹੈ ਤਾਂ ਇਹ ਜੀਵ ਆਤਮਾ ਜੀਵ ਇਸਤਰੀ ਉਸ ਮਾਲਕ ਦਾ ਆਨੰਦ ਮਾਣਦੀ ਹੈ। ਜਦੋਂ ਆਪਣੇ ਦਿਮਾਗ ਦੇ ਵਿੱਚ ਉੱਠਣ ਵਾਲੇ ਅਨੇਕਾਂ ਸ਼ੰਕਿਆਂ ਫੁਰਨਿਆਂ ਨੂੰ ਨਿਵਰਤ ਕਰਕੇ ਉਸ ਮਾਲਕ ਦੇ ਹੁਕਮ ਅੰਦਰ ਚੱਲਦੀ ਹੈ ਤਾਂ ਮਾਲਕ ਦੇ ਨਾਲ ਇਉਂ ਮਿਲ ਜਾਂਦੀ ਹੈ ਜਿਵੇਂ ਇੱਕ ਤੱਤਾ ਗੈ ਰਲ ਮਿਲੈ ਗਲ ਮੋਤੀਆਂ ਕਾ ਹਾਰ। ਜਿਸ ਤਰ੍ਹਾਂ ਇੱਕ ਤਾਗੇ ਦੇ ਵਿੱਚ ਸਾਰੇ ਮਣਕੇ ਇਕੱਠੇ ਹੋ ਜਾਂਦੇ ਆ, ਐਸਾ ਹੀ ਸਿਸਟਮ ਗੁਰਮਤਿ ਵਿੱਚ ਗੁਰੂ ਸਾਹਿਬ ਨੇ ਸਿੱਖਾਂ ਦਾ ਬਣਾਇਆ। ਆਪਸੀ ਪ੍ਰੇਮ ਭਰਾਤਰੀ ਪਿਆਰ ਦੀ ਜਾਚ ਸਿਖਾਈ, ਜਿਸ ਪ੍ਰੇਮ ਦਾ ਸਦਕਾ ਅਸੀਂ ਸੰਸਾਰ ਦੇ ਦਿਲਾਂ ਤੇ ਰਾਜ ਕਰ ਸਕਦੇ ਹਾਂ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ, ਉਸ ਪਰਿਪੂਰਨ ਪਰਮੇਸ਼ਰ ਨਾਲ ਜੁੜਨਾ ਕੀਤਾ, ਉਹਨਾਂ ਨੇ ਹੀ ਉਸ ਮਾਲਕ ਨੂੰ ਪ੍ਰਾਪਤ ਕੀਤਾ। ਸਤਿਗੁਰਾਂ ਦਾ ਜਿਹੜਾ ਬਣਾਇਆ ਹੋਇਆ ਗੁਰਮਤਿ ਦਾ ਸਿਸਟਮ ਹੈ, ਇਹਦੇ ਵਿੱਚ ਜਿਹੜਾ ਸੇਵਾ ਦਾ ਸੰਕਲਪ ਹੈ, ਇਹ ਸੇਵਾ ਦਾ ਮਕਸਦ ਹੀ ਆਪਸੀ ਪਿਆਰ ਹੈ। ਜਿੱਥੇ ਵੀ ਇਹ ਸੇਵਾ ਚੱਲਦੀ ਹੈ ਉੱਥੇ ਹੀ ਪਰਮੇਸ਼ਰ ਦਾ ਮਾਨੋ ਵਾਸਾ ਹੁੰਦਾ। ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਨੀਚਾ ਅੰਦਰ ਨੀਚ ਜਾਤ, ਨੀਚੀ ਹੋ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ। ਇਹ ਨਾਨਕ ਗਰੀਬਾਂ ਦੇ ਨਾਲ ਹੈ, ਜਿੱਥੇ ਗਰੀਬਾਂ ਨੂੰ ਸੰਭਾਲਿਆ ਜਾਂਦਾ ਮੈਂ ਉੱਥੇ ਹੀ ਹਾਂ। ਜਿਸ ਤਰ੍ਹਾਂ ਅੱਜ ਦਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ, ਚਾਹੇ ਉੱਥੇ ਕਿਸਾਨ ਆਪਣੇ ਮਕਸਦ ਨਾਲ ਪਹੁੰਚੇ ਸਨ, ਪਰ ਹੁਣ ਉੱਥੇ ਗੁਰੂ ਨਾਨਕ ਦੀ ਕਲਾ ਸੇਵਾ ਤੇ ਸਿਮਰਨ ਦੀ ਕਲਾ ਵਰਤ ਗਈ ਆ। ਔਰ ਜਿਹੜਾ ਰੋਜ਼ ਅਸੀਂ ਬਚਨ ਪੜ੍ਹਦੇ ਗਾ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ। ਆਕੀ ਦਾ ਮਤਲਬ ਹੈ ਬਾਗੀ। ਤੇ ਆਪਾਂ ਦੇਖ ਰਹੇ ਹਾਂ ਸਾਰਾ ਵਰਲਡ ਹੀ ਉਹਨਾਂ ਕਿਸਾਨਾਂ ਦੇ ਨਾਲ ਹੋ ਗਿਆ ਹੈ, ਕੋਈ ਵੀ ਉਹਨਾਂ ਤੋਂ ਬਾਹਰ ਨਹੀਂ ਹੈ। ਇਹ ਕੇਵਲ ਸਰਕਾਰ ਨੂੰ ਛੱਡ ਕੇ ਬਾਕੀ ਸਾਰੀ ਦੁਨੀਆ ਜਿਹੜੀ ਹੈ ਸੱਚ ਦੇ ਨਾਲ ਜੁੜ ਰਹੀ ਆ। ਉਹ ਜਿਹੜੇ ਸ਼ਬਦ ਅਸੀਂ ਰੋਜ਼ ਅਰਦਾਸ ਵਿੱਚ ਕਹਿੰਦੇ ਹਾਂ, ਉਹਨਾਂ ਦੀ ਕਲਾ ਵਰਤ ਰਹੀ ਹੈ। ਪ੍ਰੀਤਮ ਜੀ ਕਹਿੰਦੇ, ਮਨ ਮਹਿ ਮਨੁਆ ਜੇ ਮਰੈ ਤਾਂ ਫਿਰ ਰਾਵੈ ਨਾਰ। ਇਹ ਜੀਵ ਆਤਮਾ ਸਾਡੀ ਸੁਰਤ ਸ਼ਬਦ ਨਾਲ ਤਾਂ ਹੀ ਜੁੜਦੀ ਹੈ ਜੇ ਮਨ ਦਾ ਮੌਤ ਹੋਵੇ, ਭਾਵ ਸਾਡੇ ਅੰਦਰ ਉੱਠਣ ਵਾਲੀਆਂ ਅਨੇਕਾਂ ਲਹਿਰਾਂ ਸੰਕੇ ਸੰਕਲਪ ਜਿਹੜੇ ਖਤਮ ਹੋ ਜਾਣ।
ਭੱਜ ਦੌੜ ਖਤਮ ਹੋ ਜਾਵੇ, ਆਪਣੀ ਮੈਂ ਮੇਰੀ ਖਤਮ ਹੋ ਜਾਵੇ, ਹੰਕਾਰ ਖਤਮ ਹੋ ਜਾਵੇ, ਤੇ ਫਿਰ ਸਾਰੇ ਅਸੀਂ ਇੱਕ ਦੂਜੇ ਨਾਲ ਇਉਂ ਪ੍ਰੇਮ ਕਰੀਏ ਜਿਵੇਂ ਮੋਤੀ ਤਾਗੇ 'ਚ ਪਰੋਏ ਹੁੰਦੇ ਆ, ਜਿਵੇਂ ਮਾਲਾ ਪਰੋਈ ਹੁੰਦੀ ਆ। ਇਕਤ ਤਾਗੈ ਰਲ ਮਿਲੇ, ਗਲ ਮੋਤੀਅਨ ਕਾ ਹਾਰ। ਸੰਤ ਸਭਾ ਸੁਖ ਪਾਈਐ, ਸੰਤ ਸਭਾ ਸੁਖ ਉਪਜੈ, ਗੁਰਮੁਖ ਨਾਮ ਆਧਾਰ। ਔਰ ਇਹ ਗਿਆਨ, ਇਹ ਸੁੱਖ ਜਿਹੜਾ ਹੈ ਸਾਨੂੰ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ 'ਚੋਂ ਮਿਲਦਾ। ਜਦੋਂ ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚ ਬੈਠ ਕੇ ਸਭਾ ਹੁੰਦੀ ਹੈ ਸੰਗਤ, ਜੀਵ ਨਾਮ ਦਾ ਆਸਰਾ ਲੈਂਦੇ ਹਨ, ਨਾਮ ਦਾ ਜਪਣਾ ਕਰਦੇ ਹਨ, ਨਾਮ ਨੂੰ ਆਪਣਾ ਆਧਾਰ ਬਣਾਉਂਦੇ ਹਨ। ਇਹ ਸੰਸਾਰ ਜਿਹੜਾ ਹੈ ਇਹ ਤਾਂ ਜੰਮਣ ਮਨ ਵਿੱਚ ਪਿਆ ਹੋਇਆ। ਖਿਨ ਮੈਂ ਉਪਜੈ, ਖਿਨ ਖਪੈ, ਖਿਨ ਆਵੈ, ਖਿਨ ਜਾਹੇ। ਇਹ ਸੰਸਾਰ ਜੰਮਣ ਮਰਨ ਦੇ ਵਿੱਚ ਬਹੁਤ ਵੱਡੇ ਤੋਂ ਵੱਡਾ ਜੀਵਨ ਪਿਆ ਤੇ ਛੋਟੇ ਤੋਂ ਛੋਟਾ ਵੀ ਪਿਆ। ਇੱਕ ਛਿਣ ਦੇ ਵੀ ਜਾਨਵਰ ਪੈਦਾ ਹੁੰਦਾ, ਅਗਲੇ ਛਿਣ ਵਿੱਚ ਮਰ ਜਾਂਦਾ। ਐਸੇ ਵੀ ਜੂਨੀਆਂ ਹੈ। ਸਾਡੀ ਜੂਨੀ 100 ਸਾਲ ਦੀ ਮੰਨੀ ਆ, ਤੇ ਸੱਪਾਂ ਦੀ ਜੂਨ ਇਸ ਤੋਂ ਵੀ ਲੰਮੀ ਹੈ। ਦਰਖਤਾਂ ਤੇ ਪਹਾੜਾਂ ਦੀ ਜੂਨ ਬੜੀ ਲੰਬੀ ਆ, ਉਹ ਵੀ 84 ਲੱਖ ਜੂਨਾਂ 'ਚ ਆਉਂਦੇ ਆ। ਇਹ ਦੁਨੀਆ ਜਿਹੜੀ ਹੈ ਛਿੰਨ ਭੰਗਰ ਜੀਵਨ ਨਾਲ ਜੁੜੀ ਹੋਈ ਆ, ਜਿਹੜਾ ਕੱਲ ਨੂੰ ਖਤਮ ਹੋਣ ਵਾਲਾ। ਖਿਨ ਮੈਂ ਉਪਜੈ, ਖਿਨ ਖਪੈ, ਖਿਨ ਆਵੈ, ਖਿਨ ਜਾਹੇ। ਸ਼ਬਦ ਪਛਾਣੈ ਰਵ ਰਹੈ, ਨਾ ਤਿਸ ਕਾਲ ਸੰਤਾਏ। ਇਹ ਦੁਨੀਆ ਤਾਂ ਜੰਮਣ ਵਨ ਵਿੱਚ ਪਈ ਹੈ, ਆਉਣ ਜਾਣ ਵਿੱਚ ਪਈ ਹੋਈ ਆ, ਪਰ ਜਿਨ੍ਹਾਂ ਨੇ ਸ਼ਬਦ ਨਾਲ ਜੁੜਨਾ ਕੀਤਾ, ਜਿਨ੍ਹਾਂ ਨੇ ਗੁਰੂ ਨੂੰ ਪੁੱਛਣਾ ਕੀਤਾ, ਉਹਨਾਂ ਨੂੰ ਪ੍ਰੇਮ ਕਰਨ ਦੀ ਜਾਚ ਆ ਗਈ, ਸਮਝ ਆ ਗਈ। ਉਹ ਸ਼ਬਦ ਵਿੱਚ ਇਕਮਿਕ ਹੋ ਗਏ, ਸ਼ਬਦ ਨਾਲ ਜੁੜ ਗਏ। ਸ਼ਬਦ ਪਛਾਣੈ ਰਵ ਰਹੈ, ਨਾ ਤਿਸ ਕਾਲ ਸੰਤਾਏ। ਸਹਿਬ ਅਤੁਲ ਨ ਤੋਲੀਐ, ਕਥਨ ਨ ਪਾਇਆ ਜਾਏ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜਿਹੜਾ ਅਤੁਲ ਹੈ, ਤੋਲਿਆ ਨਹੀਂ ਜਾ ਸਕਦਾ, ਮਿਣਿਆ ਨਹੀਂ ਜਾ ਸਕਦਾ, ਜਿਸ ਦੀ ਕਥਾ ਵੀ ਨਹੀਂ ਕਹੀ ਜਾ ਸਕਦੀ। ਕਹਿੰਦੇ ਕਹੇ ਕਹੇ ਕਹਿ ਜਾਵੇ, ਤੁਮ ਸਰ ਅਵਰ ਨ ਕੋਈ। ਬਹੁਤ ਸਾਰੇ ਆਏ, ਕਹਿੰਦੇ ਰਹੇ ਤੇ ਕਹਿ ਕੇ ਚਲੇ ਗਏ, ਪਰ ਉਹਨਾਂ ਦੇ ਵਰਗਾ ਕੋਈ ਨਾ ਆਇਆ। ਕਥਨਾ ਕਥੀ ਨ ਆਵੇ, ਤੋਟ ਕਥ ਕਥ ਕਥੀ, ਕੋਟੀ ਕੋਟ ਕੋਟ। ਕਰੋੜਾਂ ਹੀ ਉਹਨਾਂ ਦੀ ਕਥਾ ਕਰ ਕਰਕੇ ਚਲੇ ਗਏ, ਪਰ ਸਾਹਿਬ ਅਤੁੱਲ ਹੈ, ਅਮੁੱਲ ਹੈ, ਜਿਸ ਨੂੰ ਅਸੀਂ ਪੂਰਾ ਦੱਸ ਨਹੀਂ ਸਕਦੇ। ਕਥਨ ਨ ਪਾਇਆ ਜਾਏ, ਵਾਪਾਰੀ ਵਣਜਾਰਿਆ ਆਏ, ਵਜਹੋ ਲਿਖਾਏ। ਕਾਰ ਕਮਾਵੇ ਸੱਚ ਕੀ, ਲਾਹਾ ਮਿਲੇ ਰਜਾਏ। ਇਸ ਤਰ੍ਹਾਂ ਜਦੋਂ ਕੋਈ ਪਰਮੇਸ਼ਰ ਨਾਲ ਜੁੜਦਾ ਹੈ, ਸੱਚ ਤੇ ਚੱਲਦਾ ਹੈ, ਤਾਂ ਉਸ ਨੂੰ ਲਾਹਾ ਮਿਲਦਾ ਹੈ। ਗੁਰੂ ਕਿਰਪਾ ਕਰਨ। ਇਹ ਸੀ ਅੱਜ ਦੇ ਪਵਿੱਤਰ ਸ਼ਬਦ ਦੇ ਵਿਚਾਰ। ਅਗਲੇ ਸ਼ਬਦ ਦੀ ਵਿਚਾਰ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ, ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।